Hi friends, it's Deepika here. Welcome back to my channel. At first, जो भी बच्चे इत्थे न्यू ने प्लीज़ जाके चैनल ਨੂੰ ਸਬਸਕ੍ਰਾਈਬ ਕਰ ਲਿਓ ਐਂਡ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਨਾਲ ਤਾਂ ਕਿ ਉਹਨਾਂ ਦੀ ਵੱਧ ਤੋਂ ਵੱਧ ਹੈਲਪ ਹੋ ਸਕੇ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਇਹ ਕਲਾਸ ਬੇਸਿਕ ਲੈਵਲ ਤੋਂ ਸਟਾਰਟ ਕੀਤੀ ਹੈ ਤੇ ਆਪਾਂ ਹੌਲੀ ਹੌਲੀ ਹਾਈ ਲੈਵਲ ਤੇ ਮੂਵ ਕਰਾਂਗੇ। ਬਟ ਯੂ ਹੈਵ ਟੂ ਫੋਲੋ ਮਾਈ ਇੰਸਟਰਕਸ਼ਨਸ ਐਟ ਫਸਟ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਇਹ ਕਲਾਸ ਉਹ ਸਾਰੇ ਬੱਚਿਆਂ ਲਈ ਹੈ ਜਿਹੜੇ ਵੀ ਬੱਚੇ SSC ਦੀ ਤਿਆਰੀ ਕਰ ਰਹੇ ਹੈ, ਚਾਹੇ ਉਹ ਬੈਂਕ ਐਗਜ਼ਾਮਸ ਦੀ ਤਿਆਰੀ ਕਰ ਰਹੇ ਹੈ, ਚਾਹੇ ਉਹ ਡਿਫੈਂਸ NDA ਵਗੈਰਾ ਦੀ ਤਿਆਰੀ ਕਰ ਰਹੇ ਹੈ। ਫਾਈਨ, ਕਿਉਂਕਿ ਇੰਗਲਿਸ਼ ਸਬਜੈਕਟ ਇਜ਼ ਮੋਸਟ ਇੰਪੋਰਟੈਂਟ ਫॉर ਆਲ ਐਗਜ਼ਾਮਸ। ਫਾਈਨ, ਲੈਟਸ ਮੂਵ ਟੂ ਦਾ ਟੋਪਿਕ। ਲਾਸਟ ਲੈਕਚਰਸ ਦੇ ਵਿੱਚ ਆਪਾਂ ਸਟੱਡੀ ਕੀਤਾ ਸੀ ਪ੍ਰੈਜ਼ੈਂਟ, ਇੰਡੈਫੀਨਿਟ and present continuous tense। फाइन, आई होप ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਸੀ ਇਹ। ਬਟ ਫਿਰ ਵੀ ਅਗਰ ਕਿਸੇ ਦਾ ਡਾਊਟ ਹੈ ਤਾਂ ਉਹ ਨੀਚੇ ਕਮੈਂਟ ਕਰਕੇ ਆਪਣੀ ਕੁਐਰੀ ਆਸਕ ਕਰ ਸਕਦਾ ਹੈ। ਓਕੇ, ਨਾਓ ਆਪਾਂ ਹੁਣ ਇਹ ਦੋਨੋਂ ਟੈਂਸ ਇੱਕ ਵਾਰ ਰਿਵਾਈਜ਼ ਕਰਦੇ ਹਾਂ। ਐਟ ਫਸਟ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਕੀ ਪੜ੍ਹਾਇਆ ਸੀ ਮੈਂ ਕਿ ਪ੍ਰੈਜ਼ੈਂਟ ਇੰਡੈਫੀਨਿਟ ਟੈਂਸ ਉਹ ਟੈਂਸ ਹੁੰਦਾ ਜਿਹਦੇ ਵਿੱਚ ਪਿੱਛੇ ਦਾ ਹੈ, ਦੀ ਹੈ, ਦੇ ਹਨ ਯੂਜ਼ ਹੋਇਆ ਹੋਵੇ। ਅਤੇ ਇਹਦੇ ਵਿੱਚ ਆਪਾਂ ਪੈਟਰਨ ਫੋਲੋ ਕਰਦੇ ਹਾਂ ਸਬਜੈਕਟ ਪਲੱਸ ਫਸਟ ਫॉर्म ਆਫ ਵਰਬ ਦੈਨ S ਔਰ ES ਦੈਨ ऑब्जेक्ट। ਇਹ ਪੈਟਰਨ ਫੋਲੋ ਹੋਏਗਾ ਓਨਲੀ ਫॉर ਸਿੰਗੂਲਰ ਕੇਸ ही, शी और इट। फाइन, अगर अपने को प्लूरल केस है तो आप यूज़ किया सी सबजैक्ट प्लस फस्ट फॉर्म ऑफ वर्ब दैन ऑब्जेक्ट। फॉर एग्जाम्पल आई, वी, यू और दे। जो अपने को प्लूरल केस होएगा तो अपने को ओनली फस्ट फॉर्म ऑफ वर्ब लगेगी, बाकी सारा पैटर्न सेम रहेगा। फाइन, नैगेटिव दे विच आपां की कीता सी सबजैक्ट प्लस डू नॉट, डू और डज, आफ्टर दैट नॉट, then first form of verb then object। फाइन, do ਆਪਾਂ यूज़ करांगे प्लूरल केस नाल, does ਆਪਾਂ यूज़ करांगे singular नाल। फाइन, एंड फर्स्ट फॉर्म ऑफ वर्ब यूज़ करांगे चाहे अपने को do है चाहे अपने को does है। और इंटैरोगेटिव केस ਦੇ ਵਿੱਚ ਆਪਾਂ ਕੀ ਕੀਤਾ ਸੀ ਇੰਟੈਰੋਗੇਟਿਵ ਸੈਂਟੈਂਸਿਸ ਉਹ ਸੈਂਟੈਂਸਿਸ ਹੁੰਦੇ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਕੁਐਸਚਨ ਆਸਕ ਕੀਤਾ ਹੋਇਆ ਹੋਵੇ। ਇਹਦੇ ਵਿੱਚ ਹੈਲਪਿੰਗ ਵਰਬ ਔਰ ਸਬਜੈਕਟ ਪੋਜੀਸ਼ਨ ਐਕਸਚੇਂਜ ਕਰਦੇ ਆ ਓਨਲੀ। ਡੂ ਔਰ ਡਜ਼ ਬਿਫੋਰ ਸਬਜੈਕਟ ਆਏਗਾ, ਦੈਨ ਆਏਗਾ ਸਬਜੈਕਟ, ਦੈਨ ਆਏਗਾ फर्स्ट फॉर्म ऑफ वर्ब दैन ऑब्जेक्ट दैन क्वेश्चन मार्क। फाइन, डू इज़ यूज फॉर प्लूरल एंड डज इज़ यूज फॉर सिंगुलर केस। फाइन, आई होप तुहानू ये चंगी तरह समझ आ गया होएगा हुण तक तो, बट यू हैव टू प्रैक्टिस मोर विद एनी अदर सेंटेंसेस। नाउ नेक्स्ट मूव टू द प्रेजेंट कॉन्टीन्यूअस टेंस। ਜਦੋਂ ਕੋਈ ਵੀ ਕੰਮ ਲਗਾਤਾਰ ਹੋ ਰਿਹਾ ਹੈ, ਐਟ ਪ੍ਰੈਜ਼ੈਂਟ ਕੋਈ ਵੀ ਕੰਮ ਕੰਟੀਨਿਊਸ ਹੋ ਰਿਹਾ ਹੋਵੇ ਤਾਂ ਉਹਨੂੰ ਆਪਾਂ ਪ੍ਰੈਜ਼ੈਂਟ ਕੰਟੀਨਿਊਸ ਦੇ ਵਿੱਚ ਰੱਖਦੇ ਹਾਂ। ਇਹਦੇ ਪਿੱਛੇ ਲੱਗਿਆ ਹੁੰਦਾ ਰਿਹਾ ਹੈ, ਰਹੀ ਹੈ, ਰਹੇ ਹਨ। ਆਪਾਂ ਇੱਦਾਂ ਰੈਕੋਗਨਾਈਜ਼ ਕਰਾਂਗੇ ਕਿਸੇ ਵੀ ਸੈਂਟੈਂਸ ਨੂੰ। ਪੈਟਰਨ ਕੀ ਫੋਲੋ ਕਰਦੇ ਸੀ ਇਹਦੇ ਵਿੱਚ ਆਪਾਂ ਸਬਜੈਕਟ ਪਲੱਸ ਹੈਲਪਿੰਗ ਵਰਬ ਦੈਨ verb first form ing then object। helping verb ਕਿਹੜੇ यूज़ ਕੀਤੇ ਸੀ ਆਪਾਂ is, am and are। is used for singular case, am is used for I, are is used for plural case। fine, now if we use negative case of present continuous tense then we should place not with is, am और are। जे आप नैगेटिव सेंटेंस बनाना प्रेजेंट कॉन्टीन्यूस का तो आप की फॉलो करांगे ये वाला पैटर्न। पहला सबजैक्ट लगावांगे, उस तो बाद हैल्पिंग वर्ब, दैन नॉट, दैन वर्ब फर्स्ट फॉर्म ing, दैन ऑब्जेक्ट। एज आई टोल्ड यू अर्लीयर दैट कोई भी
ਕੰਟੀਨਿਊਸ ਟੈਂਸ ਆ ਜਾਵੇ, ਚਾਹੇ ਉਹ ਪ੍ਰੈਜ਼ੈਂਟ ਦਾ, ਚਾਹੇ ਉਹ ਪਾਸਟ ਦਾ, ਚਾਹੇ ਉਹ ਫਿਊਚਰ ਟੈਂਸ ਦਾ, ਤਾਂ ਆਲਵੇਜ਼ ਉਹਦੇ ਵਿੱਚ ਫਸਟ ਫਾਰਮ ਆਫ ਵਰਬ ING ਯੂਜ਼ ਹੋਏਗੀ, ਦੈਟ ਇਜ਼ ਕਾਲਡ ਜ਼ੇਰੰਡ। ਫਾਈਨ। ਜਦੋਂ ਆਪਾਂ ਵਰਬ ਦੀ ਫਸਟ ਫਾਰਮ ਨਾਲ ING ਯੂਜ਼ ਕਰਦੇ ਹਾਂ ਤਾਂ ਉਹਨੂੰ ਆਪਾਂ ਜ਼ੇਰੰਡ ਬੋਲਦੇ ਹਾਂ। ਇਹ ਆਪਾਂ ਅੱਗੇ ਜਾ ਕੇ ਪੜ੍ਹਾਂਗੇ। ਫਾਈਨ। ਨਾਓ ਇਫ ਵੀ ਹੈਵ ਇੰਟਰੋਗੇਟਿਵ ਕੇਸ ਆਫ ਪ੍ਰੈਜ਼ੈਂਟ ਕੰਟੀਨਿਊਸ ਟੈਂਸ, ਤਾਂ ਆਪਾਂ ਹੈਲਪਿੰਗ ਵਰਬ ਨੂੰ ਬਿਫੋਰ ਸਬਜੈਕਟ ਪਲੇਸ ਕਰਾਂਗੇ। ਇਜ਼ MR, then subject, then first form ING, then object, then question mark। fine। ਇੰਟਰੋਗੇਟਿਵ ਸੈਂਟੈਂਸਿਸ ਦੇ ਵਿੱਚ ਆਲਵੇਜ਼ ਹੈਲਪਿੰਗ ਵਰਬ ਨੂੰ ਆਪਾਂ ਸਬਜੈਕਟ ਤੋਂ ਪਹਿਲਾਂ ਪਲੇਸ ਕਰਾਂਗੇ। ਗੋਟ ਇਟ। ਨਾਓ ਟੂਡੇਜ਼ ਟੋਪਿਕ ਇਜ਼ ਪ੍ਰੈਜ਼ੈਂਟ ਪਰਫੈਕਟ ਟੈਂਸ। ਅਗੇਨ ਹੁਣ ਆਪਾਂ ਕਿੱਦਾਂ ਰੈਕੋਗਨਾਈਜ਼ ਕਰਾਂਗੇ ਕਿ ਕੋਈ ਵੀ ਟੈਂਸ ਆਪਣੇ ਕੋਲੇ ਪ੍ਰੈਜ਼ੈਂਟ ਪਰਫੈਕਟ ਟੈਂਸ ਹੈ। ਜਦੋਂ ਵੀ ਕਿਸੇ ਸੈਂਟੈਂਸ ਦੇ ਪਿੱਛੇ ਚੁੱਕਾ ਹੈ, ਚੁੱਕੀ ਹੈ ਔਰ ਚੁੱਕੇ ਹਨ ਯੂਜ਼ ਹੋਇਆ ਹੋਵੇ ਤਾਂ ਉਹ ਟੈਂਸ ਕੀ ਹੋਏਗਾ? ਪ੍ਰੈਜ਼ੈਂਟ ਪਰਫੈਕਟ ਟੈਂਸ। ਫਾਈਨ। ਐਕਚੁਅਲੀ ਇਹਦੇ ਵਿੱਚ ਆਪਣੇ ਕੋਲੇ ਕੰਪਲੀਸ਼ਨ ਆਫ ਵਰਕ ਨੂੰ ਮੈਂਸ਼ਨ ਕਰਦਾ ਹੈ ਵਾਲਾ ਟੈਂਸ। ਕੰਪਲੀਸ਼ਨ ਆਫ ਵਰਕ, ਕੋਈ ਵੀ ਕੰਮ ਜਦੋਂ ਕੰਪਲੀਟ ਹੋ ਚੁੱਕਾ ਹੁੰਦਾ ਤਾਂ ਉਹਨੂੰ ਆਪਾਂ ਪ੍ਰੈਜ਼ੈਂਟ ਪਰਫੈਕਟ ਦੇ ਅੰਡਰ ਲਿਖਦੇ ਹਾਂ। ਫਾਈਨ। ਹੁਣ ਇਹਦੇ ਵਿੱਚ ਪੈਟਰਨ ਕਿਹੜਾ ਫੋਲੋ ਕਰਾਂਗੇ ਆਪਾਂ? ਕੋਈ ਵੀ ਆਪਾਂ ਪ੍ਰੈਜ਼ੈਂਟ ਪਰਫੈਕਟ ਟੈਂਸ ਬਣਾਉਣਾ ਹੈ ਤਾਂ ਆਪਾਂ ਇਹ ਵਾਲਾ ਪੈਟਰਨ ਫੋਲੋ ਕਰਾਂਗੇ। ਐਟ ਫਸਟ ਵੀ ਸ਼ੁੱਡ ਪਲੇਸ ਹੀਅਰ ਸਬਜੈਕਟ, ਦੈਟ ਇਜ਼ ਕਰਤਾ। ਕੰਮ ਕਰਨ ਵਾਲੇ ਨੂੰ ਆਪਾਂ ਕਰਤਾ ਬੋਲਦੇ ਹਾਂ। ਆਫਟਰ ਦੈਟ ਹੈਜ਼ ਔਰ ਹੈਵ, ਦੈਟ ਆਰ ਹੈਲਪਿੰਗ ਵਰਬਸ। ਆਫਟਰ ਦੈਟ ਫਸਟ ਥਰਡ ਫਾਰਮ ਆਫ ਵਰਬ, ਦੈਨ object। ਦਿਸ ਇਜ਼ ਵੈਰੀ ਸਿੰਪਲ। ਜਦੋਂ ਵੀ ਆਪਾਂ ਪਰਫੈਕਟ ਕੇਸ ਬਣਾਉਣਾ ਹੋਵੇ ਤਾਂ ਪਹਿਲਾਂ ਸਬਜੈਕਟ ਪਲੇਸ ਕਰਾਂਗੇ, ਆਫਟਰ ਦੈਟ ਹੈਜ਼ ਔਰ ਹੈਵ, ਦੈਨ ਥਰਡ ਫਾਰਮ ਆਫ ਵਰਬ, ਦੈਨ object। ਅਗੇਨ ਅਗਰ ਆਪਣੇ ਕੋਲੇ ਕੋਈ ਵੀ ਪਰਫੈਕਟ ਟੈਂਸ ਹੈ, ਚਾਹੇ ਆਪਣੇ ਕੋਲ ਪ੍ਰੈਜ਼ੈਂਟ ਪਰਫੈਕਟ ਹੈ, ਚਾਹੇ ਪਾਸਟ ਪਰਫੈਕਟ ਹੈ, ਚਾਹੇ ਆਪਣੇ ਕੋਲ ਫਿਊਚਰ ਪਰਫੈਕਟ ਹੈ, ਤਾਂ ਆਪਾਂ ਤਿੰਨਾਂ ਦੇ ਵਿੱਚ ਹੀ ਥਰਡ ਫਾਰਮ ਆਫ ਵਰਬ ਯੂਜ਼ ਕਰਾਂਗੇ। ਫਾਈਨ। ਕਿਤੇ ਵੀ ਕਨਫਿਊਜ਼ ਨਹੀਂ ਹੋਣਾ। ਜਦੋਂ ਵੀ ਆਪਣੇ ਕੋਲੇ ਤਿੰਨੋਂ ਦੇ ਪਰਫੈਕਟ ਕੇਸ ਆਉਣਗੇ ਪ੍ਰੈਜ਼ੈਂਟ, ਪਾਸਟ ਔਰ ਫਿਊਚਰ ਦੇ, ਤਾਂ ਆਪਾਂ ਉੱਥੇ ਥਰਡ ਫਾਰਮ ਆਫ ਵਰਬ ਯੂਜ਼ ਕਰਾਂਗੇ। ਫਾਈਨ। ਹੁਣ ਆਪਾਂ ਹੈਜ਼ ਕਿੱਥੇ ਲਗਾਵਾਂਗੇ ਤੇ ਹੈਵ ਕਿੱਥੇ ਲਗਾਵਾਂਗੇ? ਹੈਜ਼ ਇਜ਼ ਯੂਜ਼ਡ ਫॉर ਸਿੰਗਲ ਪਰਸਨ ਔਰ ਸਿੰਗਲ ਕੇਸ। ਹੈਵ ਇਜ਼ ਯੂਜ਼ਡ ਫॉर ਪਲੂਰਲ ਸਬਜੈਕਟ। ਸਿੰਗੂਲਰ ਕਿਹੜੇ ਹੁੰਦੇ ਆ? ਹੀ, she, it, or it can be anyone's name or it can be anything. Plural I, we, you or they, that are counted in plural case. Has ਆਪਾਂ ਲਗਾਵਾਂਗੇ ਸਿੰਗਲ ਪਰਸਨ ਨਾਲ, have ਲਗਾਵਾਂਗੇ ਆਪਾਂ plural persons ਨਾਲ। Now look at these examples. I have finished my work. I have finished my work। मैं ਤੁਹਾਨੂੰ ਪੈਟਰਨ ਦੱਸਿਆ ਸੀ ਕਿ ਸਭ ਤੋਂ ਪਹਿਲਾਂ ਆਪਾਂ ਸਬਜੈਕਟ ਪਲੇਸ ਕਰਨਾ ਹੈ, ਆਫਟਰ ਦੈਟ ਹੈਜ਼ ਔਰ ਹੈਵ, ਦੈਨ ਥਰਡ ਫਾਰਮ ਆਫ ਵਰਬ, ਦੈਨ object। fine। I is subject here, have is helping verb, finished is third form of verb, work is object। fine। I की है plural, so we place here have, then third form of verb, मैं अपना काम ख़त्म कर चुका हाँ, पीछे आ गया चुका हाँ, तो ये टेंस की होएगा? प्रेजेंट परफेक्ट टेंस। फाइन। Next sentence is
ਉਹ ਪਹਿਲਾਂ ਹੀ ਆਪਣੀ ਸ਼ਰਟ ਪ੍ਰੈਸ ਕਰ ਚੁੱਕਾ ਹੈ। इट मीनस देयर इज़ कंप्लीशन ऑफ वर्क। उन्हें अपनी शर्ट नू प्रैस कर लिया है या फिर कर चुका है। ये टेंस की है, पिछे चुका है आ गया, मीनस टेंस की है प्रेजेंट परफेक्ट टेंस। तो ये लिए आप की यूज़ करांगे हुन पैटर्न एट फर्स्ट सब्जेक्ट, दैन हैज़ और हैव, दैन थर्ड फॉर्म ऑफ वर्ब, दैन ऑब्जेक्ट। फाइन। सब्जेक्ट की सी ओह तो ही सिंगुलर, सो वी शुड प्लेस हियर हैज़। ही सिंगुलर है तो करके आप हैज़ लगाया इत्थे। ही हैज़ ऑलरेडी हुंदा पहला ही, ऑलरेडी आयरन हुंदा प्रैस करना, बट आयरनड होएगा तो इसदा मीनिंग होएगा प्रैस कर चुका है। आयरनड हिज शर्ट। फाइन। ही हैज़ ऑलरेडी आयरनड हिज शर्ट। वो पहला ही अपनी शर्ट नू प्रैस कर चुका है। ही सब्जेक्ट, हैज़ इज हेल्पिंग वर्ब हियर, आयरन इज थर्ड फॉर्म ऑफ वर्ब, एंड शर्ट इज एन ऑब्जेक्ट। Already will contain in extra portion of the sentence. This can be placed here and here also. You can say like this also, he has ironed his shirt already. Fine. Now next move to they have finished their work। ਉਹ अपना काम खत्म कर चुके हैं। पिछे आ गया चुके हैं, सो दिस सेंटेंस इज़ प्रेजेंट परफेक्ट टेंस। सब तो पहला आप सब्जेक्ट प्लेस करना है, दे प्लेस किया इत्थे, ओह लिए आप यूज़ करांगे दे इज़ प्लूरल इन फॉर्म, प्लूरल है तो करके आप इत्थे हैव लगाया। दे हैव, अगे आप लगाना थर्ड फॉर्म ऑफ वर्ब फिनिश्ड। फिनिश हुंदा खत्म करना, फिनिश्ड हुंदा खत्म कर चुका। देयर, दे लिए आप यूज़ करांगे प्रोजेसिव प्रोनाउन देयर। दे मीनस ओह एंड देयर मीनस उन्हां दा। फाइन। वर्क इज़ एन ऑब्जेक्ट हियर। आई होप यू आर गेटिंग मी। नाउ नेक्स्ट मूव ऑन। शी हैज़ फॉरगॉटन हर पर्स। ਉਹ अपना परस भुल गई है, या फिर आप इनू इदा भी बोल सकते हैं, ਉਹ अपना पर्स भुल चुकी है। तो की बोलांगे आप इनू, शी हैज़ फॉरगॉटन हर पर्स। शी इज़ सिंगुलर इन सब्जेक्ट एंड सो वी शुड प्लेस हियर हैज़। सिंगल नहीं आप हैज़ यूज़ करते हैं। दैन आप थर्ड फॉर्म ऑफ वर्ब यूज़ करांगे फॉरगेट। फॉरगॉट, फॉरगॉटन हुंदा है। हर इज़ पोजेसिव प्रोनाउन अगेन, शी दा हर हुंदा, शी हुंदा ओह, हर हुंदा उसदा। गर्ल लिए आप हर यूज़ करते हैं एंड बॉय लिए आप हिज यूज़ करते हैं। पर्स इज़ एन ऑब्जेक्ट हियर। Now if we have negative case of present perfect tense तो आप पैटर्न यूज़ करांगे सब्जेक्ट हैज़ और हैव, दैन आप यूज़ करांगे नॉट, दैन आप थर्ड फॉर्म ऑफ वर्ब, दैन ऑब्जेक्ट। फाइन। सिंपल दे विच आप यूज़ किया सब्जेक्ट प्लस हैज़ हैव प्लस थर्ड फॉर्म ऑफ वर्ब दैन ऑब्जेक्ट। बस इत्थे यही डिफरेंस है कि आप हैज़ हैव दे नाल नॉट ऐड कर देंगे, बिकॉज नॉट क्रिएट्स नैगेशन इन एनी सेंटेंस। जदों भी आप किसी भी सेंटेंस दे विच नॉट यूज़ करते हैं तो वह मतलब की हुंदा, वो टेंस नैगेटिव टेंस बन जाता है। फाइन।
Next move to the examples. I have not called with you. ਇਹਨੂੰ ਆਪਾਂ ਕਿਵੇਂ ਬੋਲਾਂਗੇ? ਮੈਂ ਤੁਹਾਡੇ ਨਾਲ ਲੜਾਈ ਨਹੀਂ ਕੀਤੀ ਹੈ ਮੀਨਸ, ਜਾਂ ਫਿਰ ਇੱਦਾਂ ਵੀ ਬੋਲ ਸਕਦੇ ਹੋ, ਮੈਂ ਤੁਹਾਡੇ ਨਾਲ ਲੜਾਈ ਨਹੀਂ ਕਰ ਚੁੱਕਾ ਹਾਂ। ਚੁੱਕਾ ਹਾਂ ਆ ਗਿਆ ਤਾਂ ਪਿੱਛੇ ਕੀ ਆਏਗਾ? present perfect tense. So I is plural in form. I have plural है ਤਾਂ ਕਰਕੇ ਆਪਾਂ have ਲਗਾਤਾ। ਫਿਰ ਆਪਾਂ ਨੈਗੇਟਿਵ ਸੈਂਟੈਂਸ ਬਣਾ ਰਹੇ ਹਾਂ ਤਾਂ ਕਰਕੇ ਆਪਾਂ ਇੱਥੇ not ਲਗਾਤਾ। then third form of verb, then you is object here. Fine. With this preposition, ਪ੍ਰੈਪੋਜੀਸ਼ਨਸ ਦਾ ਟੋਪਿਕ ਵੀ ਆਪਾਂ ਬਾਅਦ 'ਚ ਪੜ੍ਹਾਂਗੇ। ਪਹਿਲਾਂ ਟੈਂਸ ਕਰ ਲਓ, ਉਸ ਤੋਂ ਬਾਅਦ ਆਪਾਂ ਜੋ ਵੀ ਟੋਪਿਕ ਅਕੋਰਡਿੰਗ ਟੂ ਯੋਰ ਡਿਮਾਂਡ ਹੋਣਗੇ ਆਪਾਂ ਉਹ ਸਾਰੇ ਪੜ੍ਹ ਲਾਂਗੇ। The poet has not written poems. ਕਿਵੇਂ ਬੋਲਾਂਗੇ ਇਹਨੂੰ ਆਪਾਂ? ਪੋਇਟ ਨੇ ਪੋਇਮਸ ਨਹੀਂ ਲਿਖੀਆਂ ਹਨ, ਜਾਂ ਫਿਰ ਇੱਦਾਂ ਵੀ ਬੋਲ ਸਕਦੇ ਹਾਂ ਦੀ ਪੋਇਟ ਹੈਜ਼ ਨਾਟ ਰਿਟਨ ਪੋਇਮਸ। ਫਾਈਨ। ਇਹਦੇ ਵਿੱਚ ਵੀ ਕੰਮ ਕੰਪਲੀਟ ਨਹੀਂ ਹੋਇਆ ਹੈ ਤਾਂ ਕਰਕੇ ਆਪਾਂ ਇੱਥੇ ਨੋਟ ਲਗਾਇਆ। ਫਾਈਨ। ਪੋਇਟ ਇਜ਼ ਸਬਜੈਕਟ ਹੀਅਰ, ਹੈਜ਼ ਇਜ਼ ਯੂਜ਼ਡ ਫॉर ਪਲੂਰਲ has is used for singular subject and not creates negation here. And written, write, wrote, written, write, wrote, written. Write is first form of verb, wrote is second, and written is third form of verb. So we use here third form of verb then object. Fine. I hope you are getting me. Now next move to third example. The children have not played football. ਬੱਚਿਆਂ ਨੇ ਫੁੱਟਬਾਲ ਨਹੀਂ ਖੇਲੀ ਹੈ ਮੀਨਸ ਉਹਨਾਂ ਨੇ ਕੰਮ ਕੰਪਲੀਟ ਨਹੀਂ ਕੀਤਾ ਹੈ। ਤਾਂ ਆਪਾਂ ਕੀ ਬੋਲਾਂਗੇ? The children have not played football. Fine. The children, as I told you earlier that child is बच्चा, children is बच्चे। Children plural case आ गया, so we should place here have. Then not creates negation, and then third form of verb, then football is any game. We should not place an article before any game. ਜਦੋਂ ਵੀ ਆਪਾਂ ਸੈਂਟੈਂਸ ਦੇ ਵਿੱਚ ਕਿਸੇ ਗੇਮ ਦਾ ਨੇਮ ਲਿਖਦੇ ਹਾਂ ਤਾਂ ਆਪਾਂ ਕਦੇ ਵੀ ਉਹਦੇ ਅੱਗੇ ਆਰਟੀਕਲ ਦਾ ਯੂਜ਼ ਨਹੀਂ ਕਰਾਂਗੇ। ਆਰਟੀਕਲਸ ਕਿਹੜੇ ਹੁੰਦੇ ਆ ਆਪਣੇ ਕੋਲੇ? ਏ, ਐਨ ਔਰ ਦ। ਫਾਈਨ। ਆਰਟੀਕਲਸ ਦਾ ਟੋਪਿਕ ਵੀ ਆਪਾਂ ਅੱਗੇ ਜਾ ਕੇ ਪੜ੍ਹਾਂਗੇ। ਏ ਕਿੱਥੇ ਲੱਗਦਾ, ਐਨ ਕਿੱਥੇ ਲੱਗਦਾ ਔਰ ਦ ਦਾ ਯੂਜ਼ ਆਪਾਂ ਕਿੱਥੇ ਕਰਦੇ ਹਾਂ। ਫਾਈਨ। You have to stay tuned with me. ਆਪਾਂ ਐਕਚੁਅਲੀ ਬੇਸਿਕ ਟੂ ਹਾਈ ਲੈਵਲ ਜਾਵਾਂਗੇ ਸਲੋਲੀ ਓਕੇ। ਐਂਡ ਇਹ ਕਲਾਸਿਸ ਸਾਰੇ ਬੱਚਿਆਂ ਲਈ ਬੈਨੀਫਿਸ਼ੀਅਲ ਹੋਣ ਵਾਲੀਆਂ ਨੇ ਜਿਹੜੇ ਵੀ ਪੰਜਾਬ ਐਗਜ਼ਾਮਸ ਦੀ ਤਿਆਰੀ ਕਰ ਰਹੇ ਆ ਜਾਂ ਫਿਰ ਐਨੀ ਅਦਰ ਐਗਜ਼ਾਮਸ। ਓਕੇ। ਨਾਓ ਨੈਕਸਟ ਮੂਵ ਟੂ ਦ ਇੰਟੈਰੋਗੇਟਿਵ ਕੇਸ ਆਫ ਪ੍ਰੈਜ਼ੈਂਟ ਪਰਫੈਕਟ ਟੈਂਸ। Interrogative sentences are those sentences which ask any question. Fine. ਹੁਣ ਇੱਥੇ ਆਪਾਂ helping verb ਨੂੰ subject ਤੋਂ ਪਹਿਲਾਂ place ਕਰਨਾ। Have you remember? At first we should place here has, have, then subject, then third form of verb, then object. Fine. Has is used for again singular and have is used for plural case. Single case are
he, she, it, or it can be any name. Have is used for plural I, we, you, they. Look at these examples. Has he read various kinds of books? ਕੀ ਉਸਨੇ ਕਈ ਤਰ੍ਹਾਂ ਦੀਆਂ ਬੁੱਕਸ ਪੜ੍ਹੀਆਂ ਹਨ ਜਾਂ ਫਿਰ ਪੜ੍ਹ ਚੁੱਕਾ ਹੈ? ਕੀ ਉਹ ਵੇਰੀਅਸ ਟਾਈਪਸ ਦੀਆਂ ਬੁੱਕਸ ਪੜ੍ਹ ਚੁੱਕਾ ਹੈ? ਤਾਂ ਪਿੱਛੇ ਚੁੱਕਾ ਹੈ ਆ ਗਿਆ, ਇਹਦਾ ਮੀਨਸ ਕੀ ਹੈ? ਪ੍ਰੈਜ਼ੈਂਟ ਪਰਫੈਕਟ ਟੈਂਸ। ਇੱਥੋਂ ਆਪਾਂ ਰੈਕੋਗਨਾਈਜ਼ ਕਰ ਰਹੇ ਹਾਂ ਕਿ ਇਹ ਟੈਂਸ ਕੀ ਹੈ? ਪ੍ਰੈਜ਼ੈਂਟ ਪਰਫੈਕਟ ਟੈਂਸ। ਤਾਂ ਆਪਾਂ ਇੱਥੇ ਕੀ ਲਗਾਉਣਾ ਹੈ? ਹੈਜ਼ ਔਰ ਹੈਵ, ਦੈਨ ਸਬਜੈਕਟ, then third form of verb, then object. Here has is helping verb, he is singular subject. According to he, we should place here has. Then read is third form of verb. Actually this is not read, it is read. Okay, read, read, read होता है। Various kinds of books. Books is an object here. Now look at this example. Has she taken coffee? Has she taken coffee? ਕੀ ਉਹ ਕੌਫੀ ਲੈ ਚੁੱਕੀ ਹੈ ਜਾਂ ਫਿਰ ਕੀ ਉਹ ਕੌਫੀ ਪੀ ਚੁੱਕੀ ਹੈ? ਤਾਂ she is singular subject. According to she, we should place here has before subject. Then third form of verb, take, took, taken. Take is first form of verb, took is second form of verb, and taken is third form of verb. We should place third form of verb in perfect tense. Then coffee is an object. Fine? Got it? Now, have they traveled around the world? Have they traveled around the world? Fine. Have is subject, have is helping verb, they is subject, traveled is a third form of verb, traveled around the world. ਕੀ ਉਹਨਾਂ ਨੇ पूरा वर्ल्ड घूम या फिर लिया है? फाइन। आई होप अज का लैक्चर तुहानू अच्छी तरह समझ आ गया होएगा। अज आप प्रेजेंट परफेक्ट टेंस किया, कल आप पढ़ांगे प्रेजेंट परफेक्ट कॉन्टीन्यूअस टेंस की हुंदा है। इस तो बाद अपना प्रेजेंट कंप्लीट हो चुका होएगा पूरा। ओके, दैन आप मूव करांगे पास्ट टेंस से, फिर आप पास्ट टेंस दी ईच टाइप पढ़ांगे। ओके, आई वांट सुजैसट यू प्लीज़ क्लास कंटिन्यू रखा करो अपनी, हर रोज़ लैक्चर लगाओ अगर वीडियो आती है तो, ताकि तुहाडे कंसैप्ट अच्छी तरह माइंड दे विच बैठ जान। फाइन, and please share and subscribe my channel. Thank you for watching.